ਮਿੱਤਰੋ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਪੰਛੀ ਬੋਲ ਰਿਹਾ ਸੀ? ਅਲੱਗ-ਅਲੱਗ ਪੰਛੀਆਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ। ਜਿਸ ਤਰ੍ਹਾਂ ਜੀਵ ਜੰਤੂ ਗਾਉਂਦੇ ਹਨ, ਇਸੇ ਤਰ੍ਹਾਂ ਕੁਦਰਤ ਦਾ ਵੀ ਇੱਕ ਆਪਣਾ ਸੰਗੀਤ ਹੈ। ਜਦੋਂ ਅਸੀਂ ਬਿਲਕੁਲ ਚੁੱਪ ਹੋ ਜਾਂਦੇ ਹਾਂ, ਅੰਦਰੋਂ ਬਾਹਰੋਂ ਚੁੱਪ, ਫਿਰ ਉਹ ਸੰਗੀਤ ਸੁਣਾਈ ਦਿੰਦਾ ਹੈ। ਸ਼ਾਇਦ ਤੁਹਾਨੂੰ ਹੁਣ ਇਹ ਬਿੰਡਿਆਂ ਦੀ ਆਵਾਜ਼ ਸੁਣਦੀ ਹੋਵੇਗੀ। ਉਹ ਜੋ ਕੁਦਰਤ ਦੇ ਹੋਣ ਦੇ ਢੰਗ ਦੀ ਆਵਾਜ਼ ਹੈ, ਉਹ ਇਸ ਤਰ੍ਹਾਂ ਦੀ ਹੈ, ਬਿੰਡਿਆਂ ਵਰਗੀ, ਜਿਸ ਤਰ੍ਹਾਂ ਇਹ ਬਿੰਡੇ ਬੋਲਦੇ ਹਨ। ਸਾਰੇ ਪੰਛੀ ਜਿਸ ਤਰ੍ਹਾਂ ਗਾ ਰਹੇ ਹਨ, ਇਸੇ ਤਰ੍ਹਾਂ ਕੁਦਰਤ ਵੀ ਗਾਉਂਦੀ ਹੈ। ਉਸ ਦਾ ਵੀ ਆਪਣਾ ਇੱਕ ਸੰਗੀਤ ਹੈ। ਉਹ ਇਸ ਸੰਗੀਤ ਤੋਂ ਜ਼ਿਆਦਾ ਮਿੱਠਾ ਹੈ। ਉਹ ਇਹਨਾਂ ਆਵਾਜ਼ਾਂ, ਇਹਨਾਂ ਬੋਲਾਂ ਤੋਂ ਜ਼ਿਆਦਾ ਮਧੁਰ ਹੈ। ਉਸ ਨੂੰ ਸੁਣਨ ਵਾਸਤੇ ਸਾਨੂੰ ਅੰਦਰੋਂ ਬਾਹਰੋਂ ਚੁੱਪ ਹੋਣ ਦੀ ਜਾਚ ਸਿੱਖਣੀ ਪੈਂਦੀ ਹੈ। ਬੜਾ ਆਨੰਦ ਹੈ ਉਸ ਆਵਾਜ਼ ਨੂੰ ਸੁਣਨ ਦਾ, ਪਰ ਉਹ ਅੰਤ ਨਹੀਂ ਹੈ। ਉਹ ਮਨੁੱਖੀ ਚੇਤਨਾ ਦੇ ਸਿਖਰ ਦਾ ਅੰਤ ਨਹੀਂ ਹੈ। ਉਹ ਆਵਾਜ਼ ਤੋਂ ਵੀ ਅੱਗੇ ਤੱਕ ਜਾ ਸਕਦੀ ਹੈ। ਮਨੁੱਖੀ ਚੇਤਨਾ, ਸੁਰਤ, ਜਿੱਥੇ ਕਿਹਾ ਗਿਆ ਹੈ ਕਿ ਜਾਪ ਮਰੇ ਅਜੱਪਾ ਮਰੇ, ਅਨਹਦ ਵੀ ਮਰ ਜਾਏ, ਸੁਰਤ ਸਮਾਣੀ ਸ਼ਬਦ ਮੈਂ ਤਾਂ ਕੋ ਕਾਲ ਨਾ ਖਾਏ। ਉਹ ਅਵਸਥਾ ਇਸ ਸੰਗੀਤ ਤੋਂ, ਇਹਨਾਂ ਆਵਾਜ਼ਾਂ ਤੋਂ, ਕੁਦਰਤੀ ਜੀਵਾਂ ਦੀਆਂ ਇਹਨਾਂ ਆਵਾਜ਼ਾਂ ਤੋਂ ਅੱਗੇ ਹੈ, ਜਿਸ ਨੂੰ ਅਨਹਦ ਨਾਦ ਵੀ ਕਹਿੰਦੇ ਹਨ। ਅਨਹਦ, ਜਿਸ ਦੀ ਕੋਈ ਹੱਦ ਨਹੀਂ, ਜਿਸ ਦੇ ਹੋਣ ਦਾ ਕੋਈ ਸਰੋਤ ਨਹੀਂ, ਜੋ ਆਪਣੇ ਆਪ ਹੋ ਰਿਹਾ ਹੈ। ਇੱਕ ਵਿਗਿਆਨਕ ਢੰਗ ਹੈ ਪ੍ਰਕਿਰਤੀ ਦੇ ਹੋਣ ਦਾ, ਉਹ ਕੋਈ ਚਮਤਕਾਰ ਨਹੀਂ ਹੈ। ਜਦੋਂ ਅਸੀਂ ਚੁੱਪ ਹੋ ਜਾਂਦੇ ਹਾਂ, ਫਿਰ ਉਹ ਸਾਨੂੰ ਸੁਣਾਈ ਦਿੰਦਾ ਹੈ। ਪਰ ਉਸ ਤੋਂ ਅੱਗੇ ਜਦੋਂ ਉਹ ਵੀ ਬੰਦ ਹੋ ਜਾਂਦਾ ਹੈ, ਫਿਰ ਇੱਕ ਦਾ ਅਨੁਭਵ ਹੋਣਾ ਸ਼ੁਰੂ ਹੁੰਦਾ ਹੈ। ਅਨਹਦ ਨਾਦ ਤੱਕ ਵੀ ਦੋ ਹਨ। ਦੋ ਕਹਿਣਾ ਵੀ ਠੀਕ ਨਹੀਂ, ਤਿੰਨ ਹਨ। ਦ੍ਰਿਸ਼ਟਾ ਅਤੇ ਦਰਸ਼ਨ, ਇੱਕ ਸੁਣਨ ਵਾਲਾ, ਇੱਕ ਜੋ ਸੁਣਿਆ ਜਾ ਰਿਹਾ ਉਹ, ਔਰ ਤੀਸਰਾ ਉਹਦੇ ਵਿੱਚ ਕਿਹੋ ਜਿਹਾ ਸੰਬੰਧ ਹੈ ਦੋਹਾਂ ਦੇ ਵਿੱਚ, ਕਿੱਦਾਂ ਸੁਣਦਾ ਹੈ, ਕਿੱਦਾਂ ਸਮਝਦਾ ਹੈ। ਉਸ ਤੋਂ ਵੀ ਅੱਗੇ ਜਾ ਕੇ ਜਦੋਂ ਉਹ ਵੀ ਆਵਾਜ਼ ਬੰਦ, ਵਿਅਕਤੀ ਹੋਸ਼ਪੂਰਵਕ ਰਹਿੰਦੇ ਹੋਏ ਇੰਨਾ ਅੰਤਰ ਧਿਆਨ ਹੋ ਜਾਂਦਾ ਹੈ ਕਿ ਉਹ ਹੋਰ ਗਹਿਰੇ ਵਿੱਚ ਉਤਰ ਜਾਂਦਾ ਹੈ। ਉੱਥੇ ਉਹ ਵੀ ਬੰਦ ਹੋ ਜਾਂਦਾ ਹੈ। ਇਹ ਪੰਛੀਆਂ ਦੀਆਂ ਆਵਾਜ਼ਾਂ ਤਾਂ ਕਿਤੇ ਵੀ ਨਹੀਂ ਰਹਿੰਦੀਆਂ। ਬੇਸ਼ੱਕ ਪੰਛੀ ਬੋਲਦੇ ਨੇ, ਆਵਾਜ਼ਾਂ ਆਉਂਦੀਆਂ ਨੇ ਜੀਵਨ ਦੀਆਂ, ਅਸਤਿਤਵ ਦੀਆਂ, ਪਰ ਉਹ ਸੁਣਾਈ ਨਹੀਂ ਦਿੰਦੀਆਂ। ਕੰਨ ਖੁੱਲ੍ਹੇ ਹੋਣ ਦੇ ਬਾਵਜੂਦ ਵੀ ਉਹ ਸੁਣਾਈ ਨਹੀਂ ਦਿੰਦੀਆਂ।
ਉਹ ਬੰਦ ਹੋ ਕੇ ਜਦੋਂ ਪਰਮ ਪਰਮ ਸ਼ਾਂਤੀ ਹੁੰਦੀ ਹੈ, ਸੁੰਨਿਆਂ ਦਾ ਫਲਾਓ ਬਚਦਾ ਹੈ, ਉੱਥੇ ਜਾ ਕੇ ਅਸਲ ਆਨੰਦ ਘਟਦਾ ਹੈ। ਇਹ ਇੱਕ ਸਰੀਰਕ ਵਿਗਿਆਨ ਦੀ ਕਿਰਿਆ ਹੈ, ਕੋਈ ਕਠਿਨ ਨਹੀਂ ਹੈ, ਹਰ ਇੱਕ ਮਨੁੱਖ ਦਾ ਸੁਭਾਅ ਹੈ, ਪਰ ਇਸ ਦੇ ਬਾਰੇ ਵਿੱਚ ਗੱਲ ਬਹੁਤ ਘੱਟ ਹੋਈ ਹੈ। ਇਸ ਕਰਕੇ ਸਾਨੂੰ ਇਹ ਚਮਤਕਾਰਾਂ ਵਾਂਗੂ ਦੱਸਿਆ ਗਿਆ ਹੈ, ਬਹੁਤ ਵੱਡਾ ਕੰਮ ਦੱਸਿਆ ਗਿਆ ਹੈ, ਬਹੁਤ ਵੱਡੀ ਪ੍ਰਾਪਤੀ ਦੱਸੀ ਗਈ ਹੈ। ਇਸ ਤਰ੍ਹਾਂ ਨਹੀਂ ਹੈ, ਇੱਕ ਸਹਿਜ ਵਰਤਾਰਾ ਹੈ ਹਰ ਮਨੁੱਖ ਦੇ ਮੂਲ ਸੁਭਾਅ ਦੀ ਗਹਿਰਾਈ ਵਿੱਚ। ਖੁਸ਼ਪੂਰਵਕ ਬੈਠ ਕੇ ਜਦੋਂ ਸਮਾਂ ਲੱਗੇ ਚੁੱਪ ਹੋਣ ਦੀ ਕੋਸ਼ਿਸ਼ ਕਰੋ, ਆਪਣੇ ਸਾਹ ਨੂੰ ਦੇਖੋ। ਰਾਤ ਬਰਾਤੇ ਪਹਿਲਾਂ ਅਨਹਦ ਨਾਲ ਸੁਣਾਈ ਦੇਗਾ, ਜਦੋਂ ਤੁਸੀਂ ਚੁੱਪ ਹੋ ਜਾਂਦੇ ਹੋ। ਉਹ ਅਸਤਿਤਵ ਦੇ ਹੋਣ ਦੇ ਢੰਗ ਰੂਪੀ ਪਰਮ ਨਿਯਮ ਦੀ ਆਵਾਜ਼ ਹੈ। ਜੋ ਇਹ ਮਟੀਰੀਅਲ ਹੈ, ਸਾਰਾ ਪਦਾਰਥ ਹੈ, ਇਸ ਦੀ ਵੀ ਇੱਕ ਆਪਣੀ ਆਵਾਜ਼ ਹੈ, ਕਿਉਂਕਿ ਬਹੁਤ ਵੱਡੀ ਕਿਰਿਆ ਚੱਲ ਰਹੀ ਹੈ ਇਹਦੇ ਵਿੱਚ। ਜੋ ਸਾਨੂੰ ਮੁਰਦਾ ਚੀਜ਼ਾਂ ਦਿਸਦੀਆਂ ਨੇ, ਉਹਨਾਂ ਵਿੱਚ ਵੀ ਜੀਵਨ ਹੈ, ਉਹਨਾਂ ਦੀ ਇੱਕ ਆਪਣੀ ਆਵਾਜ਼ ਹੈ। ਇਸੇ ਤਰ੍ਹਾਂ ਜਦੋਂ ਅਸੀਂ ਹੋਰ ਗਹਿਰੇ ਵਿੱਚ ਅੰਤਰ ਧਿਆਨ ਹੋ ਜਾਂਦੇ ਹਾਂ ਹੋਸ਼ਪੂਰਵਕ, ਇਹ ਆਵਾਜ਼ ਵੀ ਬੰਦ ਹੋ ਜਾਂਦੀ ਹੈ। ਫਿਰ ਉੱਥੇ ਜਿਹੜਾ ਆਨੰਦ ਘਟਦਾ ਹੈ, ਸ਼ੂਨਿਆਂ ਦੇ ਅਨੰਤ ਪਸਾਰੇ ਵਿੱਚ ਜਿਹੜਾ ਸਵਾਦ ਆਉਂਦਾ ਹੈ ਜੀਣ ਦਾ, ਉਹ ਜੀਵਨ ਦੇ ਬਹੁਤ ਸਾਰੇ ਭਰਮ ਭੁਲੇਖੇ ਦੂਰ ਕਰ ਦਿੰਦਾ ਹੈ, ਵਾਧੂ ਦਾ ਕਚੜਾ ਸਾੜ ਕੇ ਸਵਾਹ ਕਰ ਦਿੰਦਾ ਹੈ। ਕੋਈ ਵਾਧੂ ਦੀ ਮਾਨਤਾ, ਧਾਰਨਾ, ਪਰੰਪਰਾ ਨਹੀਂ ਬਚਦੀ। ਵਿਚਾਰਾਂ ਦੀ ਸ਼ੰਖਲਾ ਲਗਾਤਾਰ ਆ ਰਹੀ ਕੜੀ ਟੁੱਟ ਜਾਂਦੀ ਹੈ, ਪਿਛਲਾ ਸਾਰਾ ਸੜ ਕੇ ਸਵਾਹ ਹੋ ਜਾਂਦਾ ਹੈ, ਭੂਤਕਾਲ ਖਤਮ ਹੋ ਜਾਂਦਾ ਹੈ, ਭਵਿੱਖ ਨਾਲ ਕੁਝ ਜੁੜਿਆ ਨਹੀਂ ਰਹਿੰਦਾ, ਸਿਰਫ ਤੁਸੀਂ ਹੁੰਦੇ ਹੋ। ਫਿਰ ਉਸ ਤੋਂ ਬਾਅਦ ਜਦੋਂ ਹੋਰ ਗਹਿਰੇ ਵਿੱਚ ਜਾਂਦੇ ਹੋ ਤਾਂ ਤੁਸੀਂ ਵੀ ਨਹੀਂ ਹੁੰਦੇ, ਕੁਛ ਹੁੰਦਾ ਹੈ। ਉਹ ਕੀ ਹੁੰਦਾ ਹੈ, ਉਸ ਨੂੰ ਹੋ ਕੇ ਹੀ ਜਾਣਿਆ ਤੇ ਮਾਣਿਆ ਜਾ ਸਕਦਾ ਹੈ। ਇਹ ਮਨੁੱਖ ਦੀ ਲੋੜ ਹੈ ਤੰਦਰੁਸਤੀ ਵਾਸਤੇ। ਇਹ ਬਹੁਤ ਬੜਾ ਇਲਾਜ ਹੈ ਮਨੁੱਖ ਦਾ, ਸਾਡੇ ਮਨ ਦਾ, ਸਾਡੇ ਸਰੀਰ ਦਾ, ਸਾਡੇ ਜੀਵਨ ਦੇ ਬਹੁਤ ਸਾਰੇ ਦੁੱਖਾਂ ਨੂੰ ਘੱਟ ਕਰਨ ਦੀ ਵਿਧੀ ਹੈ ਇਹ। ਇਸ ਉੱਤੇ ਗੱਲ ਹੋਣੀ ਚਾਹੀਦੀ ਹੈ। ਜਿਹੜੇ ਵਿਅਕਤੀ ਜਾਂ ਸਿਆਣੇ ਇਸ ਬਾਰੇ ਜਾਣਦੇ ਹਨ, ਉਹ ਇਸ 'ਤੇ ਗੱਲ ਕਰਨ, ਵਿਆਖਿਆ ਕਰਨ ਇਸ ਦੀ। ਹਰ ਆਦਮੀ ਦੀ ਪਹੁੰਚ ਵਿੱਚ ਹੈ, ਹਰ ਆਦਮੀ ਦਾ ਹੱਕ ਹੈ, ਹਰ ਆਦਮੀ ਦਾ ਮੂਲ ਸੁਭਾਅ ਹੈ, ਪਰ ਸਾਨੂੰ ਸਮਝਾਇਆ ਨਹੀਂ ਗਿਆ। ਇਸ ਦੀ ਵਿਆਖਿਆ ਕਰਨ ਦੀ ਲੋੜ ਹੈ, ਇਸ ਨੂੰ ਸਮਝਣ ਦੀ ਲੋੜ ਹੈ, ਜਿਸ ਨਾਲ ਜੀਵਨ ਜੀਣ, ਜਾਣਨ ਅਤੇ ਮੰਨਣ ਯੋਗ ਬਣ ਜਾਂਦਾ ਹੈ। ਬਹੁਤ ਸਾਰੇ ਦੁੱਖ, ਮਾਨਤਾਵਾਂ, ਧਾਰਨਾਵਾਂ, ਪਰੰਪਰਾਵਾਂ, ਮਨੌਤਾਂ ਦੇ ਬੋਝੇ ਲੈ ਜਾਂਦੇ ਨੇ। ਮਨੁੱਖ ਹਲਕਾ ਫੁਲਕਾ ਹੋ ਕੇ ਜੀਵਨ ਨੂੰ ਸਿੱਧਾ ਜਿਉਂਦਾ ਹੈ। ਇਸ ਦੇ ਦੁੱਖਾਂ ਸੁੱਖਾਂ ਨੂੰ ਜਾਣਦਾ, ਮਾਣਦਾ, ਉਹਨਾਂ ਨਾਲ ਟੱਕਰਦਾ, ਉਹਨਾਂ ਨੂੰ ਹੱਲ ਕਰਦਾ ਸਰਪਟ ਤੁਰਿਆ ਜਾਂਦਾ ਹੈ। ਐਸਾ ਹੈ ਇਹ ਜੀਵਨ ਦੇ ਹੋਣ ਦਾ ਢੰਗ। ਆਓ ਇਸ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਵਿੱਚ ਜੁਟੀਏ। ਜਿੱਥੋਂ ਵੀ ਇਸ ਬਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਸਮਝੋ, ਵਿਚਾਰੋ ਅਤੇ ਧਿਆਨ ਕਰੋ। ਜਦੋਂ ਵੀ ਸਮਾਂ ਮਿਲਦਾ ਹੈ ਧਿਆਨ ਵਿੱਚ ਬੈਠੋ। ਰਾਤ ਇਹ ਦਿਨੇ ਇੱਕ ਘੜੀ, ਆਧੀ ਘੜੀ, ਆਧੀ ਹੁਫਨ ਆਦ ਭਗਤ ਨਛੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ। ਉਸ ਦਾ ਮਤਲਬ ਸਿਰਫ ਇਹੀ ਹੈ ਕਿ ਭਗਤੀ ਇਹੀ ਹੈ, ਇਹ ਧਿਆਨ ਹੀ ਭਗਤੀ ਹੈ। ਹੋਸ਼ਪੂਰਵਕ ਹੁੰਦੇ ਹੋਏ ਜੀਵਨ ਦੇ ਅਸਲ ਸੱਚ ਨੂੰ ਜਾਣਨਾ, ਜੀਣਾ ਅਤੇ ਮੰਨਣਾ, ਇਹੀ ਧਿਆਨ ਹੈ, ਇਹੀ ਸਾਡੀ ਲੋੜ ਹੈ, ਇਹੀ ਸਾਡੇ ਦੁੱਖਾਂ ਦਾ ਇਲਾਜ ਹੈ। ਧੰਨਵਾਦ ਮਿੱਤਰੋ, ਧੰਨਵਾਦ।